ਜਿਹੜਾ ਪੀਟੀ ਕਰਨ ਆਇਆ ਸਰ ਇੰਗਲਿਸ਼ ਤਾਂ ਬਹੁਤ ਹੀ ਚੰਗੀ ਨਹੀਂ ਹੈਗੀ, ਆਇਲਸ ਮੇਰੇ ਤੋਂ ਹੋਣੀ ਨਹੀਂ, ਪੀਟੀ ਮੈਂ ਕਰੂੰਗਾ ਤਾਂ ਕੈਨੇਡਾ ਮੈਂ ਜਾ ਨਹੀਂ ਸਕਦਾ। ਵੀਜ਼ਾ ਸਕਸੈਸ ਰੇਟ ਹੈ ਜਿਹੜੀ ਉਹਦੇ 'ਚ ਕੋਈ डिफरेंस नहीं रहूगा कि आयल्स वालों की वीज़ा सक्सेस रेट ज़्यादा पीटी वालों की घट आ। अगर तुम 40% रिफ्यूजल आई थी वीज़ा के मामले में, तो ये फॉल्ट किसकी तरफ से होता है? खाली भांडा हमेशा ज़्यादा खड़कदा गा, भरिया भांडा शांत रहिंदा है। खाली भांडा होऊगा तो वो कहूगा कि आओ मेरे को आ फैसिलिटी दूंगा, आ फैसिलिटी दूंगा, थोनों गद्दे वालियां कुर्सियां भी मिलणगियां, थोनों हरेक फैसिलिटी मिलूगी, AC भी मन करे एक क्लास ਦੇ ਵਿੱਚ 2-2 ਲੱਗੇ ਹੋਣ। ਤੇ ਇੰਸਟੀਚਿਊਟ ਜਿਹੜੇ ਬੰਦੇ ਦੇ ਖੁਦ ਦੇ 5.5 ਬੈਂਡ ਆ ਉਹ ਐਕਸਟਰਾ ਦੂਸਰੇ ਨੂੰ ਕੀ ਦੱਸੇਗਾ ਕਿ ਕੈਂਬਰਿਜ ਦੀਆਂ ਬੁੱਕਸ ਪਈਆਂ ਨੇ ਜਾਂ XYZ ਕੋਈ ਬੁੱਕਸ ਪਈਆਂ ਨੇ, ਉਸ ਚੋਂ ਕਾਪੀ ਫੋਟੋਕਾਪੀ ਕਰਾਤੀ, ਬੱਚਿਆਂ ਨੂੰ ਦੇਤੀ, ਉਹਨਾਂ ਨੇ ਅਟੈਂਪਟ ਕਰ ਲਿਆ, ਚਲੋ जी घरे चले गए। एवरेज स्कोर है उनका, बिलो एवरेज स्कोर है, तो उनके लिए कोई ऑप्शन है कि बाहर जाना चाहता है बट एकेडमिक स्कोर की वजह से वो जा नहीं पाता है? ਗਵਰਨਮੈਂਟ ਕਾਲਜ ਜਾਂ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਹੀ ਐਡਮਿਸ਼ਨ ਹੋਊਗਾ, ਐਵੇਂ ਦੇ ਕਾਲਜ ਐਡਮਿਸ਼ਨ ਹੋਊਗਾ ਜਿੱਥੇ ਵਰਕ ਪਰਮਿਟ ਤੁਹਾਡਾ 100% ਸ਼ੋਰ ਰਹੂਗਾ ਆਫਟਰ ਸਟੱਡੀ। ਆਸਟ੍ਰੇਲੀਆ ਦਾ ਵੀਜ਼ਾ ਲੈਣਾ ਇੱਕ ਬਹੁਤ ਹੀ ਟੈਕਨੀਕਲ ਗੱਲ ਹੈ ਪਵਨ ਜੀ। ਅਗਰ ਰਿਜੈਕਸ਼ਨ ਆਉਂਦੀ ਆ ਤਾਂ ਅਸੀਂ ਉਸ ਦਾ ਵੀ ਵੀਜ਼ਾ ਉਹਨੂੰ ਕੱਢ ਕੇ ਦੇਵਾਂਗੇ। ਅਗਰ ਕੋਈ ਚੰਗੀ ਪ੍ਰੋਫਾਈਲ ਦੀ ਰਿਜੈਕਸ਼ਨ ਆਂਦੀ ਵੀ ਆ ਤਾਂ ਕੈਨੇਡਾ ਐਵੇਂ ਦੀ ਕੰਟਰੀ ਆ, ਤੁਸੀਂ ਉੱਥੇ ਰੀਅਪਲਾਈ ਕਰਕੇ ਦੁਬਾਰਾ ਵੀਜ਼ਾ ਕੱਢ ਲਓ। तो आइल्स और पीटी में डिफरेंस क्या है सर? ਐਵੇਂ ਦਾ ਨਹੀਂ ਹੈਗਾ ਕਿ ਜਿਹਦਾ 50 ਸਕੋਰ ਆ ਤੇ 50% ਆ +2 ਦੇ ਵਿੱਚ ਉਹ ਫੋਰਨ ਜਾ ਹੀ ਨਹੀਂ ਸਕਦਾ, ਐਵੇਂ ਦਾ ਕੁਝ ਨਹੀਂ ਹੈਗਾ। ਤੁਸੀਂ ਆਪਣੀ ऐसा ना हो कि ऊंची दुकान और फीका पकवान वाला काम ना हो जाए। ये हर फील्ड की बात है, सिर्फ आइल्स की बात नहीं है कि हेलो फ्रेंड्स, आप सभी के लिए एक और ख़ास वीडियो लेकर के आए हैं हम उन स्टूडेंट्स के लिए जो बाहर जाने की तैयारी करने वाले हैं या कर रहे हैं। अभी 12वीं क्लास का रिजल्ट आने वाला है, फ्रेशर स्टूडेंट्स हैं तो उनको बाहर जाने की भी तैयारी करनी है जो इंटरेस्टेड है। तो समय समय पर हम ब्राइट लाइट इंस्टीट्यूट में आकर के आप लोगों को जो हमारे स्टूडेंट्स या ऑडियंस की इश्यूज़ होते हैं, कुछ क्वेरीज़ होते हैं, हम यहाँ के MD मिस्टर प्रदीप बराड़ जी के साथ आकर के आप लोगों की हेल्प करते रहते हैं। तो अभी बात है जो फ्रेशर हैं, +2 करने के बाद बाहर जाने की तैयारी कर रहे हैं या सोच रहे हैं, तो मार्केट में सबसे ज़्यादा स्टूडेंट्स को ये प्रॉब्लम रहती है कि इंस्टीट्यूट का सिलेक्शन कैसे करें, क्योंकि मार्केट में बहुत सारे इंस्टीट्यूट है, दिखावा भी है, अंदर क्या है ये पता नहीं है, लेकिन स्टूडेंट्स को इसके बारे में सही जानकारी होनी चाहिए कि वो इंस्टीट्यूट का सही सिलेक्शन कैसे करें। तो इसी चीज़ को जानने के लिए हम ब्राइट लाइट इंस्टीट्यूट के MD मिस्टर प्रदीप बराड़ जी के पास आए हैं और उनसे हम आपकी जितनी भी क्वेरीज़ हैं उनका सॉल्यूशन देंगे। और आप कमेंट करके भी जो बातें रह जाती है, कुछ पूछना चाहते हैं तो कमेंट करके आप डायरेक्ट इंस्टीट्यूट में पूछ सकते हैं या हमें भी कांटेक्ट कर सकते हैं। तो प्रदीप सर नमस्कार, हमारे चैनल पर स्वागत है आपका। ਤੁਹਾਡਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਪਵਨ ਜੀ ਬ੍ਰਾਈਟ ਲਾਈਟ ਇੰਸਟੀਚਿਊਟ ਦੇ ਵਿੱਚ, ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਤੁਹਾਡਾ ਤੇ ਤੁਹਾਡੀ ਟੀਮ ਦਾ। ਐਕਚੁਅਲੀ ਕੀ ਹੈ ਕਿ ਤੁਸੀਂ ਇੱਕ ਸੋਸ਼ਲ ਡਿਊਟੀ ਨਿਭਾ ਰਹੇ ਹੋ ਬਹੁਤ ਵਧੀਆ, ਬੱਚਿਆਂ ਨੂੰ ਅਵੇਅਰ ਕਰ ਰਹੇ ਹੋ, ਉਹਨਾਂ ਦੇ ਫਿਊਚਰ ਵਾਸਤੇ ਟਾਈਮ ਟੂ ਟਾਈਮ ਮੇਰੇ ਕੋਲ ਆਉਂਦੇ ਰਹਿੰਦੇ ਹੋ ਉਹਨਾਂ ਦੇ ਕੁਐਸਚਨਸ ਲੈ ਕੇ। ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋ, ਚੜ੍ਹਦੀ ਕਲਾ ਦੇ ਵਿੱਚੋਂ। ਪਵਨ ਜੀ ਦਾ ਅੱਜ ਦਾ ਟੌਪਿਕ ਹੈ ਕਿ ਬੱਚੇ ਇੰਸਟੀਚਿਊਟਸ ਕਿੱਦਾਂ ਸਿਲੈਕਟ ਕਰਨ। ਇਹ ਅੱਜ ਦੇ ਟਾਈਮ ਦਾ ਬਹੁਤ ਹੀ ਵੱਡਾ ਇਸ਼ੂ ਹੋ ਚੁੱਕਿਆ ਹੈਗਾ। ਬੱਚਾ ਇੱਕ 12ਵੀਂ ਪਾਸ ਕਰਦਾ ਗਾ, ਉਸ ਤੋਂ ਬਾਅਦ ਉਹਨੇ ਬਾਹਰ ਜਾਣਾ ਗਾ, ਬਾਹਰ ਜਾਣ ਲਈ ਆਇਲਸ ਜਾਂ PTE ਤਾਂ ਕਰਨੀ ਹੀ ਕਰਨੀ ਪੈਣੀ ਆ। ਤਾਂ ਉਹਦੇ ਲਈ ਉਹ ਕਿਹੜੇ ਇੰਸਟੀਚਿਊਟ 'ਚ ਜਾਵੇ, ਕਿਹੜੇ ਟੀਚਰ ਕੋਲੇ ਜਾਵੇ, ਕਿੱਦਾਂ ਤਿਆਰੀ ਕਰੇ। ਇੱਕ ਇੰਗਲਿਸ਼ ਮੀਡੀਅਮ ਕਨਵੈਂਟ ਸਕੂਲ 'ਚੋਂ ਪਾਸ ਆਊਟ ਹੋਇਆ ਬੱਚਾ ਆਪਣੇ ਆਪ ਵੀ ਕਲੀਅਰ ਕਰ ਲੈਂਦਾ। ਵੱਡਾ ਇਸ਼ੂ ਹੈਗਾ ਜਿਹੜੇ ਬੱਚੇ ਪੰਜਾਬ ਬੋਰਡ, ਹਰਿਆਣਾ ਬੋਰਡ ਜਾਂ ਕਿਸੇ ਵੀ XYZ ਬੋਰਡ ਤੋਂ ਪੜ੍ਹੇ ਆ ਜਿੱਥੇ ਕਿ ਹਿੰਦੀ ਮੀਡੀਅਮ ਯੂਜ਼ ਹੋਇਆ ਗਾ, ਤਾਂ ਉਹਨਾਂ ਲਈ ਇੱਕ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ ਕਲੀਅਰ ਕਰਨਾ ਬਹੁਤ ਹੀ ਟਫ ਹੋ ਜਾਂਦਾ ਗਾ। ਅਤੇ ਜਿਹੜੇ ਇਹ ਐਜੂਕੇਸ਼ਨ ਸਿਸਟਮ ਆ, ਸੌਰੀ ਟੂ ਸੇ, ਪਰ ਇਹ ਇੱਕ ਬਹੁਤ ਹੀ ਵੱਡਾ ਧੰਦਾ ਬਣ ਚੁੱਕਿਆ ਹੈਗਾ, ਇਹਨੂੰ ਇੱਕ ਬਿਜ਼ਨਸ ਬਣਾ ਦਿੱਤਾ ਗਿਆ ਗਾ। ਅੱਜ ਦੇ ਟਾਈਮ ਦੇ ਵਿੱਚ ਐਜੂਕੇਸ਼ਨ ਦਾ ਪ੍ਰਾਇਓਰਿਟੀ ਰਹੀ ਨਹੀਂ ਹੈਗੀ। ਮੈਂ ਖੁਦ ਦੇਖ ਰਿਹਾ ਗਾ, ਜਦੋਂ ਦਾ ਮੈਂ ਲਾਈਨ ਦੇ ਵਿੱਚ ਆਇਆ ਸੀਗਾ ਤਾਂ ਸੋਚ ਇਹ ਹੁੰਦੀ ਸੀ ਕਿ ਟੀਚਿੰਗ ਇੱਕ ਪੈਸ਼ਨ ਆ, ਇੱਕ ਇੰਟਰਸਟ ਆ, ਕਿਸੇ ਨੂੰ ਆਪਾਂ ਆਪਣੀ ਐਜੂਕੇਸ਼ਨ ਵੰਡ ਰਹੇ ਹਾਂ ਤਾਂ ਇੱਕ ਖੁਸ਼ੀ ਹੁੰਦੀ ਸੀ। ਪਰ ਅੱਜ ਦੇ ਟਾਈਮ 'ਚ ਕੀ ਆ, ਦੇਖਿਆ ਕਿ ਹਾਂ ਪੈਸਾ ਆ ਰਿਹਾ ਗਾ। ਪਵਨ ਜੀ ਸੀਰੀਅਸਲੀ ਗੱਲ ਹੈ ਇਹ, ਮੇਰੇ ਖੁਦ ਦੇ ਸਟੂਡੈਂਟਸ ਜਿਨ੍ਹਾਂ ਦੇ ਖੁਦ ਦੇ 5.5 ਬੈਂਡ ਨੇ, 5 ਬੈਂਡ ਨੇ, ਉਹ ਇੰਸਟੀਚਿਊਟ ਚਲਾ ਰਹੇ ਨੇ। ਕੱਲ੍ਹ ਦੀ ਹੀ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੂੰਗਾ। ਮੇਰੇ ਕੋਲ ਇੱਕ ਸਟਾਫ ਮੈਂਬਰ ਆਇਆ, ਨਿਊ ਰਿਕਰੂਟਮੈਂਟ ਆ, ਤਾਂ ਉਹਨੂੰ ਮੈਂ ਪੁੱਛਿਆ ਕਿ ਤੁਹਾਡਾ ਮੇਨ ਪਰਪਸ ਕੀ ਆ। ਉਹਨਾਂ ਨੇ ਆਖਿਆ ਸਰ ਮੇਰਾ ਮੇਨ ਪਰਪਸ ਸੈਲਰੀ ਨਹੀਂ ਹੈਗਾ, ਮੇਰਾ ਮੇਨ ਪਰਪਸ ਹੈਗਾ ਕਿ ਮੈਂ ਕੁਛ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਇੱਕ ਡਿਸਿਪਲਿਨਡ ਮਾਹੌਲ ਦੇ ਵਿੱਚ ਕੰਮ ਕਰਨਾ ਚਾਹੁੰਦੀ ਹਾਂ।
ਤੇ ਕਹਿੰਦੀ ਸਰ ਜਿੱਥੋਂ ਮੈਂ ਆਈ ਹਾਂ ਜਸਟ ਨਾਓ ਮੈਂ ਨਾਮ ਡਿਸਕਲੋਜ਼ ਨਹੀਂ ਕਰੂੰਗਾ ਸੌਰੀ, ਪਰ ਜਿੱਥੋਂ ਮੈਂ ਆਈ ਹਾਂ ਸਰ ਉੱਥੋਂ ਦੇ ਜਿਹੜੇ ਓਨਰ ਨੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਕਿ ਆਇਲਸ ਹੈ ਕੀ ਆ। ਤੁਸੀਂ ਮੋਸਟ ਆਫ ਦਾ ਇੰਸਟੀਚਿਊਟਸ ਦੇ ਓਨਰਸ ਨੂੰ ਪੁੱਛੋਗੇ ਕਿ IELTS ਦੀ ਫੁੱਲ ਫਾਰਮ ਕੀ ਆ ਤਾਂ ਉਹਨਾਂ ਨੂੰ ਉਸ ਦੀ ਫੁੱਲ ਫਾਰਮ ਤੱਕ ਨਹੀਂ ਪਤਾ। ਤਾਂ ਇਹ ਕੰਪਲੀਟਲੀ ਇੱਕ ਧੰਦਾ ਬਣ ਚੁੱਕਿਆ ਹੈਗਾ। ਬੱਚਿਓ ਆਪਣਾ ਧਿਆਨ ਨਾਲ ਇੰਸਟੀਚਿਊਟਸ ਦਾ ਸਿਲੈਕਟ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਬ੍ਰਾਈਟ ਲਾਈਟ ਆਓ, ਹੋਰ ਵੀ ਬਹੁਤ ਚੰਗੇ ਇੰਸਟੀਚਿਊਟਸ ਨੇ ਜਿਨ੍ਹਾਂ ਦੀ ਮੇਨ ਪ੍ਰਾਇੋਰਟੀ ਕੀ ਆ ਕਿ ਬੱਚਿਆਂ ਨੂੰ ਐਜੂਕੇਸ਼ਨ ਦੇਣਾ, ਬੱਚਿਆਂ ਨੂੰ ਬਾਹਰ ਭੇਜਣਾ, ਉਹਨਾਂ ਦੀ ਨੌਲੇਜ ਵਧਾਉਣਾ, ਨਾ ਕਿ ਸਿਰਫ ਉਹਨਾਂ ਤੋਂ ਪੈਸੇ ਲੈਣਾ ਗਾ। ਪੈਸੇ ਇਨ ਦਾ ਸੈਂਸ ਇਹ ਨਾ ਦੇਖੋ ਕਿ ਇਹਦੀ ਫੀਸ ਬਹੁਤ ਹਾਈ ਆ ਹੈ ਨਾ, ਇਹਦੇ ਕੋਲ ਕਿਉਂ ਜਾਣਾ ਗਾ। ਬੱਚੇ ਖਾਲੀ ਭਾਂਡਾ ਹਮੇਸ਼ਾ ਜ਼ਿਆਦਾ ਖੜਕਦਾ ਗਾ, ਭਰਿਆ ਭਾਂਡਾ ਸ਼ਾਂਤ ਰਹਿੰਦਾ। ਖਾਲੀ ਭਾਂਡਾ ਹੋਊਗਾ ਤਾਂ ਉਹ ਕਹੂਗਾ ਕਿ ਆਓ ਮੇਰੇ ਕੋਲੇ ਆਹ ਫੈਸਿਲਿਟੀ ਦਊਂਗਾ, ਆਹ ਫੈਸਿਲਿਟੀ ਦਊਂਗਾ, ਤੁਹਾਨੂੰ ਗੱਦੇ ਵਾਲੀਆਂ ਕੁਰਸੀਆਂ ਵੀ ਮਿਲਣਗੀਆਂ, ਤੁਹਾਨੂੰ ਹਰੇਕ ਫੈਸਿਲਿਟੀ ਮਿਲੂਗੀ, AC ਵੀ ਮਨ ਕਰੇ ਇੱਕ ਕਲਾਸ ਦੇ ਵਿੱਚ 2-2 ਲੱਗੇ ਹੋਣ। ਤੇ ਇੰਸਟੀਚਿਊਟ ਜਿਹੜਾ ਚੰਗਾ ਹੋਊਗਾ, ਬੇਸਿਕ ਚੀਜ਼ਾਂ ਉੱਥੇ ਇੰਫਰਾਸਟ੍ਰਕਚਰ ਬੇਸਿਕ ਮਿਲੂਗਾ, ਪਰ ਮੇਨ ਪ੍ਰਾਇੋਰਟੀ ਕੀ ਹੁੰਦੀ ਆ ਉਹਨਾਂ ਦੀ ਐਜੂਕੇਸ਼ਨ। ਮੇਨ ਪ੍ਰਾਇੋਰਟੀ ਹੁੰਦੀ ਆ ਕਿ ਤੁਹਾਨੂੰ ਕੁਝ ਸਿਖਾ ਸਕਣ। ਹੁਣ ਜਿਹੜੇ ਇੰਸਟੀਚਿਊਟ ਦੇ ਸਟਾਫ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ 5 ਬੈਂਡ ਕਿਵੇਂ ਲੈ ਕੇ ਆਏ ਨੇ ਜਾਂ 5.5 ਕਿਵੇਂ ਲੈ ਕੇ ਆਏ ਨੇ, ਉਹ ਤੁਹਾਨੂੰ 7 ਕਿੱਥੋਂ ਦਵਾ ਦੇਣਗੇ। ਐਟਲੀਸਟ ਕੁਆਲੀਫਿਕੇਸ਼ਨ ਤਾਂ ਚੈੱਕ ਕਰੋ। ਜਿਹੜੇ ਇੰਸਟੀਚਿਊਟ 'ਚ ਤੁਸੀਂ ਪੜ੍ਹਨ ਜਾ ਰਹੇ ਹੋ ਉਹ ਓਨਰ ਦੀ, ਉਸਦੇ ਸਟਾਫ ਦੀ ਨੌਲੇਜ ਤਾਂ ਦੇਖ ਲਓ, ਉਹਨਾਂ ਦਾ ਐਕਸਪੀਰੀਅੰਸ ਤਾਂ ਚੈੱਕ ਕਰ ਲਓ ਕਿ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ। ਫੋਰ ਐਗਜ਼ਾਮਪਲ ਪਵਨ ਜੀ IAS UPSC ਦਾ ਐਗਜ਼ਾਮ ਹੁੰਦਾ ਹੈਗਾ, ਠੀਕ ਹੈ। 3 ਸਟੈਪਸ ਨੇ, ਪ੍ਰੀ ਮੇਨਸ ਤੇ ਇੰਟਰਵਿਊ। ਹੁਣ ਉਹਦੀਆਂ ਵੀ ਕੋਚਿੰਗ ਅਕੈਡਮੀਜ਼ ਨੇ, ਠੀਕ ਹੈ। ਆਪਾਂ ਇੱਕ UPSC ਦੀ ਤਿਆਰੀ ਕਰਨ ਚੱਲੇ ਹਾਂ ਕਿਤੇ, ਆਪਣਾ ਨੂੰ ਸਿਖਾਉਣ ਵਾਲਾ ਜਿਹੜਾ ਬੰਦਾ ਗਾ ਉਹ ਕਦੇ UPSC ਦੇ ਐਗਜ਼ਾਮ 'ਚ ਹੀ ਨਹੀਂ ਬੈਠਾ, ਤਾਂ ਉਹ ਆਪਾਂ ਨੂੰ ਕੀ ਐਕਸਪੀਰੀਅੰਸ ਦਊਗਾ, ਉਹ ਆਪਾਂ ਨੂੰ ਕੀ ਸਿਖਾਊਗਾ। ਐਟਲੀਸਟ ਆਪਾਂ ਉਮੀਦ ਕਰਾਂਗੇ ਕਿ ਮੇਨਸ ਤਾਂ ਕਲੀਅਰ ਪ੍ਰੀ ਤਾਂ ਉਹਦਾ ਕਲੀਅਰ ਹੋਵੇ, ਉਹ ਇੱਕ ਬੇਸਿਕ ਲੈਵਲ ਆਪਾਂ ਨੂੰ ਸਿਖਾ ਸਕਦਾ ਗਾ। ਜਿਹੜੇ ਬੰਦੇ ਨੇ ਇੱਕ ਮੇਨਸ ਕਲੀਅਰ ਕੀਤਾ, ਚਲੋ ਇੰਟਰਵਿਊ 'ਚ ਕਿਸੇ ਕਾਰਨ ਰਹਿ ਗਿਆ, ਤਾਂ ਆਪਾਂ ਨੂੰ ਇੱਕ ਐਡਵਾਂਸ ਲੈਵਲ ਦੀ ਨੌਲੇਜ ਦੇ ਸਕਦਾ ਗਾ। ਤਾਂ ਉਹੀ ਗੱਲ ਆ ਬੱਚੇ, ਜਿਹਦੇ ਖੁਦ ਦੇ 6 ਬੈਂਡ ਨੇ ਉਹ ਤੁਹਾਨੂੰ ਇੱਕ ਬੇਸਿਕ ਨੌਲੇਜ ਦਊਗਾ, ਜਿਹਦੇ ਖੁਦ ਦੇ 7 ਬੈਂਡ ਆ ਉਹ ਤੁਹਾਨੂੰ ਥੋੜ੍ਹੀ ਐਡਵਾਂਸ ਨੌਲੇਜ ਦੇ ਦਊਗਾ। 7 ਲੈਵਲ ਇਜ਼ ਵੈਰੀ ਗੁੱਡ। ਅਨਦਰ ਥਿੰਗ ਇਜ਼ ਮੇਰੀ ਰਿਕੁਐਸਟ ਆ ਤੁਹਾਨੂੰ, ਗੱਦੇ ਵਾਲੀਆਂ ਕੁਰਸੀਆਂ ਨਾ ਦੇਖੋ, ਵੱਡੇ ਏਅਰ ਕੰਡੀਸ਼ਨਸ ਨਾ ਦੇਖੋ, ਰਿਸੈਪਸ਼ਨ ਦੇ ਉੱਤੇ ਸ਼ੋਸ਼ੇਬਾਜ਼ੀ ਨਾ ਦੇਖੋ। ਤੁਸੀਂ ਦੇਖੋ ਐਜੂਕੇਸ਼ਨ ਤੁਹਾਨੂੰ ਕਿਵੇਂ ਦੀ ਮਿਲ ਰਹੀ ਆ। ਉੱਥੇ ਜਾਓ ਇੰਸਟੀਚਿਊਟ ਦੇ ਵਿੱਚ, ਇੱਕ ਦਿਨ ਡੈਮੋ ਲਗਾਓ, ਉਹਨਾਂ ਨੂੰ ਪੁੱਛੋ ਕਿ ਇਹ ਸਾਨੂੰ ਚੀਜ਼ ਅੱਗੇ ਵੀ ਇੱਦਾਂ ਹੀ ਕੰਟੀਨਿਊ ਰੱਖੋਗੇ ਜਾਂ ਇੱਕ ਪਹਿਲੇ ਦਿਨ ਸਿਰਫ ਸਾਨੂੰ ਇਨਫਲੂਐਂਸ ਕਰਨ ਵਾਸਤੇ ਵਧੀਆ ਕਲਾਸ 'ਚ ਬਿਠਾਤਾ, ਇੱਕ ਪਰਟੀਕੂਲਰ ਟੀਚਰ ਸਾਡੇ ਉੱਤੇ ਛੱਡ ਦਿੱਤਾ ਹੈਗਾ ਕਿ ਸਾਨੂੰ ਹਾਂ ਬਸ ਸਾਨੂੰ ਸਿਖਾਤਾ। ਇੱਕ ਦਿਨ 'ਚ IELTS ਜਾਂ PT ਨਹੀਂ ਹੋਣੀ ਹੈਗੀ। ਯੂ ਨੀਡ ਟੂ ਅਟੈਂਡ ਦਾ ਇੰਸਟੀਚਿਊਟ ਫॉर 2 to 2.5 months, 2.5 months, ਰਾਈਟ। ਸੋ ਅਗਰ ਤੁਸੀਂ ਇੱਕ ਜਗ੍ਹਾ 'ਤੇ 2 ਤੋਂ 2.5 ਮਹੀਨੇ ਲਗਾਉਣੇ ਆ ਤਾਂ ਉੱਥੇ ਇਕੱਲਾ ਇਨਫਰਾਸਟ੍ਰਕਚਰ ਨਹੀਂ, ਉੱਥੇ ਇਹ ਦੇਖੋ ਕਿ ਤੁਸੀਂ ਕੀ ਲੈ ਕੇ ਜਾ ਰਹੇ ਹੋ। ਤੁਸੀਂ ਬੱਚੇ ਪੇ ਕਰਨਾ ਗਾ, ਕਿਤੇ 4,000 ਕਿਤੇ 10,000, ਠੀਕ ਹੈ। ਫਰਕ ਕਿੰਨਾ ਪੈਣਾ ਗਾ? ਸਿਰਫ 10 ਤੋਂ 12,000 ਦਾ ਫਰਕ ਪੈਣਾ। ਜਿੱਥੇ ਤੁਸੀਂ ਆਪਣੀ ਫਿਊਚਰ ਲਈ ਫੋਰਨ ਜਾਣ ਲਈ 17-18 ਲੱਖ ਰੁਪਈਆ ਖਰਚਣ ਜਾ ਰਹੇ ਹੋ, ਉੱਥੇ 5-10 ਹਜ਼ਾਰ ਪਿੱਛੇ ਕੰਪਰੋਮਾਈਜ਼ ਕਿਉਂ ਕਰ ਰਹੇ ਹੋ ਆਪਣੇ ਫਿਊਚਰ ਨਾਲ? ਤਾਂ ਤੁਸੀਂ ਇਹ ਦੇਖੋ ਕਿ ਐਜੂਕੇਸ਼ਨ ਕਿੱਥੇ ਚੰਗੀ ਹੈ, ਰਾਈਟ। हाँ जी पवन जी बिल्कुल सही कहा है प्रदीप सर ने। जैसे कि मार्केट में आमतौर पर आप देखते भी हैं, लेकिन प्रदीप सर ने फिर भी आपको बताया है कि ऐसा ना हो कि ऊंची दुकान और फीका पकवान वाला काम ना हो जाए। ये हर फील्ड की बात है, सिर्फ आइल्स की बात नहीं है कि अगर कहीं हम अपने लिए चीज़ खरीदने जाते हैं, खाने की चीज़ लेने जाते हैं, टेस्ट करते हैं पहले, तो आपको ये बहुत बड़ा स्टेप उठाने वाले होते हैं, तो इसके लिए थोड़ा सा आपको भी जज करना होता है। तो इससे रिलेट अगला क्वेश्चन है सर हमारा कि जैसे कि बाहर जाने के लिए आइल्स और PTE का एग्ज़ाम देना पड़ता है, तो आइल्स और PTE में डिफरेंस क्या है सर? ਬੇਸਿਕਲੀ ਪਵਨ ਜੀ ਜਿਹੜਾ IELTS ਟੈਸਟ ਹੈ ਇਹ ਸਟਾਰਟ ਕੀਤਾ ਗਿਆ ਸੀਗਾ 2 ਆਰਗੇਨਾਈਜੇਸ਼ਨ ਦੇ ਦੁਆਰਾ। ਇੱਕ IDP ਹੈ, ਇੱਕ ਬ੍ਰਿਟਿਸ਼ ਕਾਉਂਸਲ ਹੈ, ਇੱਕ ਆਸਟ੍ਰੇਲੀਆ ਦੀ ਆਰਗੇਨਾਈਜੇਸ਼ਨ ਆ, ਇੱਕ ਹੈਗੀ ਆ ਆਪਣੀ UK ਦੀ, ਰਾਈਟ। PTE ਸਟਾਰਟ ਕੀਤਾ ਗਿਆ ਗਾ ਆਸਟ੍ਰੇਲੀਅਨ ਦੀ ਆਰਗੇਨਾਈਜੇਸ਼ਨ ਦੁਆਰਾ। ਇਹਦਾ ਪੂਰਾ ਨਾਮ ਹੈ ਪੀਅਰਸਨ ਟੈਸਟ ਆਫ ਇੰਗਲਿਸ਼। ਬੇਸਿਕ ਡਿਫਰੈਂਸ ਇਹ ਹੈ ਕਿ IELTS ਜਿਹੜਾ ਗਾ ਉਹ ਆਪਣਾ ਪੇਪਰ ਬੇਸਡ ਹੈ, ਜਿਹੜਾ PTE ਆ ਉਹ ਆਪਣਾ ਕੰਪਿਊਟਰ ਬੇਸਡ ਆ। IELTS ਵੀ ਹਾਲਾਂਕਿ ਕੰਪਿਊਟਰ ਬੇਸਡ ਹੋਣਾ ਸ਼ੁਰੂ ਹੋ ਗਿਆ ਗਾ। ਕਰੋਨਾ ਦੇ ਟਾਈਮ ਪੀਰੀਅਡ ਦੇ ਵਿੱਚ ਉਹਨਾਂ ਨੇ ਨਿਊ ਇਨਵੈਂਸ਼ਨਸ ਕਰ ਦਿੱਤੇ ਗਏ ਸੀਗੇ, ਨਿਊ ਟੈਸਟ ਇੰਟਰੋਡਿਊਸ ਕਰ ਦਿੱਤਾ ਗਿਆ ਸੀਗਾ ਕਿ ਤੁਸੀਂ ਕੰਪਿਊਟਰ ਬੇਸਡ ਟੈਸਟ ਵੀ ਦੇ ਸਕਦੇ ਹੋ। ਪਰ ਮੋਸਟ ਆਫ ਦਾ ਸਟੂਡੈਂਟਸ ਪ੍ਰੈਫਰ ਓਨਲੀ ਟੂ ਗਿਵ IELTS ਔਨ पेपर। सो दिस इज़ द बेसिक डिफरेंस, राइट। तो PTE करने के बाद
कुछ अलग कंट्री है जो पीटी करके हम अलग कंट्री में चले जाते हैं, जैसे कि कुछ स्टूडेंट्स हैं जिन्होंने पूछा था हमसे कि पीटी करने के बाद सिर्फ ऑस्ट्रेलिया ही जा सकते हैं कि वो कनाडा नहीं जा सकते, तो ये मतलब कितनी सच्चाई है या मतलब या कन्फ्यूज़न है, इसको क्लियर कीजिए आप। ਪਵਨ ਜੀ ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ ਜਿਹੜਾ ਤੁਸੀਂ ਹੁਣ ਪੁੱਛਿਆ ਹੈਗਾ। ਮੈਂ ਹਰ ਰੋਜ਼ ਇਹ ਕੁਐਸਚਨ ਫੇਸ ਕਰ ਰਿਹਾ ਹੈਗਾ। ਬੱਚਾ ਜਦੋਂ ਕੋਈ ਵੀ ਇੱਥੇ IELTS ਜਾਂ PT ਕਰਨ ਆਉਂਦਾ ਹੈਗਾ, ਪਹਿਲਾ ਕੁਐਸਚਨ ਉਹਦਾ ਇਹ ਹੁੰਦਾ ਜਿਹੜਾ PT ਕਰਨ ਆਇਆ, ਸਰ ਇੰਗਲਿਸ਼ ਤਾਂ ਬਹੁਤ ਹੀ ਚੰਗੀ ਨਹੀਂ ਹੈਗੀ, IELTS ਮੇਰੇ ਤੋਂ ਹੋਣੀ ਨਹੀਂ, PT ਮੈਂ ਕਰੂੰਗਾ ਤਾਂ ਕੈਨੇਡਾ ਮੈਂ ਜਾ ਨਹੀਂ ਸਕਦਾ, ਆਸਟ੍ਰੇਲੀਆ ਮੈਂ ਜਾਣਾ ਨਹੀਂ। ਤਾਂ ਬੱਚੇ ਉੱਥੇ ਸਟਕ ਹੋ ਕੇ ਰਹਿ ਜਾਂਦੇ ਨੇ ਕਿ ਆਸਟ੍ਰੇਲੀਆ ਜਾਣਾ ਨਹੀਂਗਾ, PT ਦੇ ਬੇਸ 'ਤੇ ਇਕੱਲਾ ਆਸਟ੍ਰੇਲੀਆ ਜਾ ਸਕਦੇ ਆ। ਇਹ ਬਹੁਤ ਵੱਡੀ ਇੱਕ ਮਿਸਕਨਸੈਪਸ਼ਨ ਹੈ। ਐਵੇਂ ਦਾ ਕੁਛ ਨਹੀਂ ਹੈਗਾ ਪਵਨ ਜੀ ਕਿ PT ਕਰਕੇ ਤੁਸੀਂ ਸਿਰਫ ਆਸਟ੍ਰੇਲੀਆ ਹੀ ਜਾ ਸਕਦੇ ਹੋ। ਕੈਨੇਡਾ ਦਾ ਹਰ ਇੱਕ ਕਾਲਜ, ਹਰ ਇੱਕ ਯੂਨੀਵਰਸਿਟੀ ਐਕਸੈਪਟ ਇੱਕ ਜਾਂ ਦੋ, ਠੀਕ ਹੈ, ਇੱਕਾ ਦੁੱਕਾ ਕੋਈ ਕਾਲਜ ਨੇ ਜਿਹੜੇ ਕਿ PT ਨੂੰ ਮਾਨਤਾ ਨਹੀਂ ਦੇ ਰਹੇਗੇ। ਬਾਕੀ ਹਰ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਆਪਣਾ ਵੀਜ਼ਾ ਲੈ ਸਕਦੇ ਹੋ। ਅੰਬੈਸੀ ਦੇ ਵਿੱਚ ਵੀ PT ਨੂੰ ਮਾਨਤਾ ਦੇ ਦਿੱਤੀ ਗਈ ਹੈ, ਠੀਕ ਹੈ। ਪਹਿਲਾਂ ਹੁੰਦਾ ਸੀਗਾ ਕਿ ਕੈਨੇਡਾ ਹਾਈ ਕਮਿਸ਼ਨ ਤੋਂ ਆਪਾਂ ਨੂੰ ਵੀਜ਼ਾ ਨਹੀਂ ਮਿਲਣਾ। ਸਪੋਜ਼ ਆਪਾਂ ਨੂੰ ਐਡਮਿਸ਼ਨ ਮਿਲ ਗਿਆ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ, ਤਾਂ ਅੰਬੈਸੀ ਨੇ ਰਿਜੈਕਟ ਕਰ ਦੇਣਾ ਹੈਗਾ। ਆਪਣੀ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਆ ਉਹਦੇ 'ਚ ਆਪਾਂ ਲੈਕ ਕਰ ਜਾਵਾਂਗੇ। ਦੈਟ ਇਜ਼ ਨਾਟ ਲਾਈਕ ਦੈਟ। ਥੋੜ੍ਹਾ ਜਿਹਾ ਡਿਫਰੈਂਸ ਜ਼ਰੂਰ ਹੈਗਾ ਗਾ ਕਿ SDS ਨੋਨ SDS ਦਾ ਫਰਕ ਜ਼ਰੂਰ ਹੈਗਾ, ਪਰ ਵੀਜ਼ਾ ਸਕਸੈਸ ਰੇਟ ਹੈ ਜਿਹੜੀ ਉਹਦੇ 'ਚ ਕੋਈ ਡਿਫਰੈਂਸ ਨਹੀਂ ਰਹੂਗਾ ਕਿ IELTS ਵਾਲਿਆਂ ਦੀ ਵੀਜ਼ਾ ਸਕਸੈਸ ਰੇਟ ਜ਼ਿਆਦਾ, PT ਵਾਲਿਆਂ ਦੀ ਘੱਟ ਆ। ਅਗਰ ਤੁਹਾਨੂੰ ਇਹ ਡਾਊਟ ਲੱਗ ਰਿਹਾ ਹੈਗਾ, PT ਤੁਸੀਂ ਕਿਤੋਂ ਵੀ ਕੀਤੀ ਆ, ਤੁਸੀਂ ਆਪਣੀ ਫਾਈਲ ਲੈ ਕੇ ਬ੍ਰਾਈਟਲਾਈਟ ਆ ਸਕਦੇ ਹੋ। ਮੈਂ ਤੁਹਾਨੂੰ ਤੁਹਾਡੀ ਫਾਈਲ ਅਸੈਸ ਕਰਕੇ ਦੱਸੂੰਗਾ। ਗਵਰਨਮੈਂਟ ਕਾਲਜ ਜਾਂ ਗਵਰਨਮੈਂਟ ਯੂਨੀਵਰਸਿਟੀ ਦੇ ਵਿੱਚ ਹੀ ਐਡਮਿਸ਼ਨ ਹੋਊਗਾ। ਐਵੇਂ ਦੇ ਕਾਲਜ 'ਚ ਐਡਮਿਸ਼ਨ ਹੋਊਗਾ ਜਿੱਥੇ ਵਰਕ ਪਰਮਿਟ ਤੁਹਾਡਾ 100% ਸ਼ੋਰ ਰਹੂਗਾ ਆਫਟਰ ਸਟੱਡੀ, ਠੀਕ ਹੈ। ਤਾਂ ਤੁਹਾਡਾ ਵੀਜ਼ਾ ਜਿਹੜਾ ਹੈਗਾ, ਵੀਜ਼ਾ श्योरिटी ਵੀ ਉਨੀ ਹੀ ਰਹਿਣੀ ਆ। सर अभी जैसे कि IELTS हो गया, PT हो गया, आपको बता दें कि फ़ोन जाने के लिए आपने +2 पास की है, उसके बाद आपको एग्ज़ाम देना पड़ता है, चाहे PT का दीजिए आप, चाहे IELTS का दीजिए। तो इसके बाद आपकी फ़ाइल लगती है वीज़ा के लिए। वीज़ा लगने के बाद क्या होता है सर, काफ़ी रिजेक्शंस आ जाती हैं। और अगर हम बात करें तो आपने जैसे कि बताया था कि 2020 में ये ब्राइट लाइट इंस्टीट्यूट की खास बात है, पिछले साल एक भी रिजेक्शन नहीं आई है, क्यों ना सर? जी। तो अब क्या है कि 2019 की अगर हम बात करें तो एजेंसीज, इकोनॉमिक टाइम्स लगा लीजिए या फिर और एजेंसीज हैं, तो उनके सर्वे के अकॉर्डिंग 40% रिफ्यूज़ल आई थी वीज़ाज के मामले में। तो ये फॉल्ट किसकी तरफ से होता है? इंस्टीट्यूट की जो IELTS और PT की क्लासेज होती है वहाँ कमी रह जाती है, या फिर एजेंट की कमी रहती है इसमें रिफ्यूज़ल या रिजेक्शन आने में? ਬਿਲਕੁਲ ਹਾਂ ਜੀ ਪਵਨ ਜੀ, ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦੀ ਹਾਂ ਮੈਂ ਕਿ 2020 ਦੇ ਵਿੱਚ ਸਾਨੂੰ ਇੱਕ ਵੀ ਰਿਜੈਕਸ਼ਨ ਫੇਸ ਨਹੀਂ ਕਰਨੀ ਪਈ। ਇਹ ਕੋਈ ਵੀ ਇਨਸਾਨ ਆ ਜਿਹੜਾ ਉਹ 100% ਸ਼ੋਰਿਟੀ ਕਦੇ ਵੀ ਨਹੀਂ ਦੇ ਸਕਦਾ। 100% ਸ਼ੋਰਿਟੀ ਦਾ ਮਤਲਬ ਤਾਂ ਹੋ ਗਿਆ ਕਿ ਆਪਣੇ ਉੱਪਰ ਕੋਈ ਰੱਬ ਵਸਦਾ ਹੀ ਨਹੀਂ ਹੈਗਾ। ਮੀਨਸ ਆਪਾਂ ਖੁਦ ਹੀ ਸਾਰਾ ਕੁਝ ਕਰ ਰਹੇ ਆ ਕਿ ਮੇਰੇ ਇਸ ਦਰਾਜ ਦੇ ਵਿੱਚ ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ ਸਟੈਂਪ ਪਈ ਆ, ਮੈਂ ਲਾ ਕੇ ਦੇਤੀ ਤਾਂ ਉਹ ਹੋ ਗਈ 100% ਸ਼ੋਰਿਟੀ। ਅਗਰ ਮੈਂ ਕਿਸੇ ਹੋਰ ਤੋਂ ਕੋਈ ਚੀਜ਼ ਲੈਣੀ ਆ ਤਾਂ ਮੈਂ 100% ਸ਼ੋਰਿਟੀ ਕਦੇ ਨਹੀਂ ਦੇ ਪਾਊਂਗਾ। ਪਰ ਫਿਰ ਵੀ ਬ੍ਰਾਈਟ ਲਾਈਟ ਇੰਸਟੀਚਿਊਟ ਸਾਡੀ ਇੱਕ ਖਾਸੀਅਤ ਆ, ਅਗਰ ਜਿਹੜੀ ਫਾਈਲ ਅਸੀਂ ਐਕਸੈਪਟ ਕਰ ਲਈ ਤਾਂ 99.9% ਉਹਦੀ ਸ਼ੋਰਿਟੀ ਹੋਊਗੀ ਕਿ ਉਹਦਾ ਵੀਜ਼ਾ ਲੱਗ ਕੇ ਆਊਗਾ। ਜਿਹੜਾ ਤੁਹਾਡਾ ਕੁਐਸਚਨ ਹੈ ਕਿ 2019 ਦੇ ਵਿੱਚ 40% ਰਿਜੈਕਸ਼ਨ ਆਈਆਂ ਸੀਗੀਆਂ, ਪਵਨ ਜੀ ਇਹ ਤੁਹਾਡੀ ਬਿਲਕੁਲ ਸਹੀ ਗੱਲ ਆ। 40% ਰਿਜੈਕਸ਼ਨਸ ਆਈਆਂ ਸੀਗੀਆਂ, ਉਹਦੇ ਕੁਝ ਕਾਰਨ ਰਹੇ ਸੀਗੇ। ਜਿਵੇਂ ਕਿ ਆਸਟ੍ਰੇਲੀਆ ਨੇ ਕੀ ਕੀਤਾ ਸੀਗਾ, ਇੱਕਦਮ ਆਪਣਾ ਲੈਵਲ ਚੇਂਜ ਕਰਤਾ ਸੀ। ਆਸਟ੍ਰੇਲੀਆ ਦੀਆਂ ਕਾਫੀ ਰਿਜੈਕਸ਼ਨਸ ਰਹੀਆਂ ਸੀਗੀਆਂ, ਉਹਨਾਂ ਨੇ ਇੰਡੀਆ ਨੂੰ ਡਾਇਰੈਕਟ ਲੈਵਲ 2 ਤੋਂ ਲੈਵਲ 3 ਦੇ ਵਿੱਚ ਪਾਤਾ ਸੀਗਾ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਗਾ, ਜਿਹੜੀਆਂ ਐਕੈਡੈਮਿਕਸ ਰਿਕੁਆਇਰਮੈਂਟਸ ਨੇ ਜਾਂ IELTS ਰਿਕੁਆਇਰਮੈਂਟਸ ਆ, ਜਿਹੜੇ ਫੰਡਸ ਰਿਕੁਆਇਰਮੈਂਟ ਆ, ਉਹ ਸਾਰੇ ਚੇਂਜ ਹੋ ਜਾਂਦੇ ਨੇ। ਉਸ ਪੀਰੀਅਡ ਦੇ ਵਿੱਚ ਜਿਹੜੀਆਂ ਫਾਈਲਸ ਅੰਬੈਸੀ ਦੇ ਵਿੱਚ ਪਈਆਂ ਸੀ ਉਹਨਾਂ ਦੀ ਰਿਜੈਕਸ਼ਨ ਆਉਣਾ ਲਾਜ਼ਮੀ ਸੀ, ਉਹਨਾਂ ਦੀ ਰਿਜੈਕਸ਼ਨ ਆਉਣਾ 60% ਲਾਜ਼ਮੀ ਸੀ। ਪਰ ਜਿਹੜੀਆਂ ਫਾਈਲਸ ਉਸ ਤੋਂ ਬਾਅਦ ਵੀ ਲੌਂਚ ਹੋਈਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਏਜੰਟਸ ਦੀ ਕਮੀ ਰਹੀ ਆ। ਉਹਨਾਂ ਨੇ ਇੱਕ ਸਰਵੇ ਨਹੀਂ ਕੀਤਾ, ਉਹਨਾਂ ਨੇ ਇੱਕ ਚੀਜ਼ ਇੰਸਪੈਕਟ ਨਹੀਂ ਕੀਤੀ, ਇੰਸਪੈਕਸ਼ਨ ਨਹੀਂ ਹੋਏਗੀ ਪ੍ਰੋਪਰ, ਕੇਸ ਸਟੱਡੀ ਪ੍ਰੋਪਰ ਨਹੀਂ ਕੀਤੀ ਉਹਨਾਂ ਨੇ ਕਿਤੇ ਨਾ ਕਿਤੇ ਕਿ ਜਿਹੜੀਆਂ ਨਵੀਆਂ ਰਿਕੁਆਇਰਮੈਂਟ ਨੇ ਆਸਟ੍ਰੇਲੀਆ ਦੀਆਂ ਕੀ ਰਹੀਆਂ ਨੇ। ਆਸਟ੍ਰੇਲੀਆ ਦਾ ਵੀਜ਼ਾ ਲੈਣਾ ਇੱਕ ਬਹੁਤ ਹੀ ਟੈਕਨੀਕਲ ਗੱਲ ਹੈ ਪਵਨ ਜੀ। ਬ੍ਰਾਈਟ ਲਾਈਟ ਦਾ ਨਾਮ ਆਸਟ੍ਰੇਲੀਆ ਇਮੀਗ੍ਰੇਸ਼ਨ ਕਰਕੇ ਹੀ ਬਣਿਆ ਹੋਇਆ ਹੈਗਾ, ਕਿਉਂਕਿ ਆਸਟ੍ਰੇਲੀਆ ਦੀ ਰਿਜੈਕਸ਼ਨ ਕਦੇ ਵੀ ਬ੍ਰਾਈਟ ਲਾਈਟ ਨੇ ਫੇਸ ਨਹੀਂ ਕੀਤੀ ਗੀ, ਐਕਸੈਪਟ ਕੀ ਆ ਕਿ ਅਨਟਿਲ ਐਂਡ ਅਨਲੈਸ ਕੋਈ ਰੱਬ ਵੱਲੋਂ ਹੀ ਕੁਛ ਐਵੇਂ ਦਾ ਹੋ ਜਾਏ ਕਿ ਕਿਸਮਤ ਦੇ ਵਿੱਚ ਬੱਚੇ ਦੇ ਦਾਣਾ ਪਾਣੀ ਨਹੀਂ ਲਿਖਿਆ ਬਾਹਰ ਜਾਣਾ, ਤਾਂ ਉਸ ਨੂੰ ਕੋਈ ਵੀ ਮਨਾ ਨਹੀਂ ਕਰ ਸਕਦਾ, ਠੀਕ ਹੈ। ਅਗਰ ਪ੍ਰੋਫਾਈਲ ਚੰਗੀ ਆ, ਡਿਜ਼ਾਇਰਡ ਸਕੋਰ, ਰਿਕੁਆਇਰਡ ਸਕੋਰ ਆ IELTS ਜਾਂ PT ਦੇ ਵਿੱਚ, ਬੱਚੇ ਦੀ ਪਰਸੈਂਟੇਜ ਚੰਗੀ ਹੈਗੀ ਆ,
ਬੇਸ਼ੱਕ ਲੋ ਪਰਸੈਂਟੇਜ ਆ, ਕੇਸ ਸਟੱਡੀ ਉਹਦੀ ਕਰ ਲਈ ਆਪਾਂ, ਚੰਗੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਗਿਆ, ਤਾਂ ਰਿਜੈਕਸ਼ਨ ਇਜ਼ ਨਾਟ ਪੋਸੀਬਲ, ਰਾਈਟ। ਤਾਂ ਰਿਜੈਕਸ਼ਨ ਤਾਂ ਮਤਲਬ ਹੀ ਨਹੀਂ ਬਣਦਾ ਗਾ। ਅਗਰ ਰਿਜੈਕਸ਼ਨ ਆਉਂਦੀ ਆ ਤਾਂ ਅਸੀਂ ਉਸ ਦਾ ਵੀ ਵੀਜ਼ਾ ਉਹਨੂੰ ਕੱਢ ਕੇ ਦੇਵਾਂਗੇ। ਨਾਓ ਆਈ ਐਮ ਕਮਿੰਗ ਟੂ ਦ ਕੈਨੇਡਾ ਦੇ ਵਿੱਚ ਕੀ ਹੋਇਆ ਸੀਗਾ, ਕੈਨੇਡਾ ਬਹੁਤ ਹੀ ਵਧੀਆ ਵੀਜ਼ਾਸ ਦੇ ਰਿਹਾ ਸੀਗਾ। ਕੈਨੇਡਾ ਦੇ ਵਿੱਚ ਜਿਹੜੀ ਰਿਜੈਕਸ਼ਨ ਆਈ ਉਹ ਕੰਪਲੀਟ ਹੀ ਏਜੰਟ ਦਾ ਫਾਲਟ ਸੀ। ਕੈਨੇਡਾ ਦੀ ਬਿਲਕੁਲ ਵੀ ਕੋਈ ਰਿਜੈਕਸ਼ਨ ਨਹੀਂ ਆਏਗੀ ਜਿਹੜੀ ਚੰਗੀ ਪ੍ਰੋਫਾਈਲ ਆ। ਅਗਰ ਕੋਈ ਚੰਗੀ ਪ੍ਰੋਫਾਈਲ ਦੀ ਰਿਜੈਕਸ਼ਨ ਆਂਦੀ ਵੀ ਆ ਤਾਂ ਕੈਨੇਡਾ ਐਵੇਂ ਦੀ ਕੰਟਰੀ ਆ, ਤੁਸੀਂ ਉੱਥੇ ਰੀਅਪਲਾਈ ਕਰਕੇ ਦੁਬਾਰਾ ਵੀਜ਼ਾ ਕੱਢ ਲਓ। ਮੈਂ ਫਿਰ ਵੀ ਵੈਲਕਮ ਕਰੂੰਗਾ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ 1 ਰਿਫਿਊਜ਼ਲ ਆ, ਬੇਸ਼ੱਕ ਉਹਨਾਂ ਦੀਆਂ 5 ਰਿਫਿਊਜ਼ਲਸ ਨੇ, 6 ਰਿਫਿਊਜ਼ਲਸ ਆ, 8 ਰਿਫਿਊਜ਼ਲਸ ਆ। ਤੁਸੀਂ ਇੱਕ ਵਾਰੀ ਬ੍ਰਾਈਟ ਲਾਈਟ ਇੰਸਟੀਚਿਊਟ ਵਿਜ਼ਿਟ ਕਰੋ, ਮੈਂ ਤੁਹਾਡਾ ਕੇਸ ਸਟੱਡੀ ਖੁਦ ਕਰੂੰਗਾ, ਆਪਾਂ ਅਪਲਾਈ ਕਰਾਂਗੇ। ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਤੁਹਾਡਾ ਫਿਊਚਰ ਸੈਟਲ ਕਰਕੇ ਦੇਵਾਂ ਤੁਹਾਡੀ ਡਿਜ਼ਾਇਰਡ ਕੰਟਰੀ ਦੇ ਵਿੱਚ। ਐਵੇਂ ਦਾ ਨਹੀਂ ਹੋ ਸਕਦਾ, ਐਵੇਂ ਦਾ ਬਿਲਕੁਲ ਨਹੀਂ ਹੈਗਾ ਬੱਚੇ ਕਿ ਤੁਹਾਡੀ ਰਿਜੈਕਸ਼ਨ ਆ ਗਈ, 2 ਰਿਜੈਕਸ਼ਨ 4 ਰਿਜੈਕਸ਼ਨ ਤੁਸੀਂ ਫੇਸ ਕਰ ਲਈਆਂ ਤਾਂ ਤੁਸੀਂ ਆਪਣੇ ਬਸ ਫਾਈਲ 'ਚ ਪਾਏ ਡਾਕੂਮੈਂਟਸ ਕਿਸੇ ਅਲਮਾਰੀ 'ਚ ਰੱਖ ਕੇ ਘਰੇ ਬੈਠ ਗਏ, ਤਾਂ ਆਪਣਾ ਫਿਊਚਰ ਦਾਅ 'ਤੇ ਨਾ ਲਾਓ, ਮਾਯੂਸ ਨਾ ਹੋ। ਅਗਰ ਤੁਹਾਡੀ ਰਿਜੈਕਸ਼ਨਸ ਆਈਆਂ ਨੇ ਤਾਂ ਤੁਸੀਂ ਬ੍ਰਾਈਟ ਲਾਈਟ ਆਓ, ਮੈਂ ਤੁਹਾਡਾ ਕੇਸ ਸਟੱਡੀ ਕਰਕੇ ਆਪਾਂ ਕੋਈ ਨਾ ਕੋਈ ਉਹਦਾ ਹੱਲ ਜ਼ਰੂਰ ਕੱਢਾਂਗੇ। तो सर ने जैसे बताया है कि रिफ्यूज़ल आ गई है, कोई बात नहीं है, इसे हताश होने की ज़रूरत नहीं है। नीचे नंबर दिए गए हैं, आप कांटेक्ट कर सकते हैं। वीडियो को ज़्यादा से ज़्यादा शेयर कीजिए ताकि किसी का अगर बाहर जाने का मन है और इस रिफ्यूज़ल की वजह से वो बाहर नहीं जा पा रहा है तो यहाँ पर कांटेक्ट करें। जैसे प्रदीप सर कह रहे हैं कि हम कोई ना कोई हल उनका ज़रूर निकालेंगे। तो सर एक और है इसमें कि अगर ऐसे भी स्टूडेंट्स हैं तो थोड़ा वीक होते हैं एकेडमिक स्कोर के लिए, तो अगर एवरेज स्कोर है उनका, बिलो एवरेज स्कोर है, तो उनके लिए कोई ऑप्शन है कि बाहर जाना चाहता है बट एकेडमिक स्कोर की वजह से वो जा नहीं पाता है? ਹਾਂਜੀ ਬਿਲਕੁਲ ਪਵਨ ਜੀ, ਬੱਚੇ ਆਉਂਦੇ ਨੇ ਜਿਨ੍ਹਾਂ ਦਾ ਇੱਕ ਐਵਰੇਜ ਲੈਵਲ ਹੁੰਦਾ ਗਾ। ਐਕਚੁਅਲੀ ਇਹ ਅਵੇਅਰਨੈਸ ਘੱਟ ਹੋਣ ਕਰਕੇ ਆ। ਮੋਸਟ ਆਫ ਦਾ ਬੱਚੇ ਆਉਂਦੇ ਨੇ, ਉਹ ਪਤਾ ਕੀ ਕਹਿੰਦੇ ਆ ਕਿ ਸਰ ਸਾਨੂੰ ਕਿਸੇ ਨੇ ਦੱਸਿਆ ਨਹੀਂ ਗਿਆ ਕਿ ਆਹ ਸਬਜੈਕਟ ਲੈਣੇ ਸੀ ਅਸੀਂ ਬਾਹਰ ਜਾਣ ਵਾਸਤੇ, ਸਾਨੂੰ ਕੋਈ ਗਾਈਡੈਂਸ ਹੀ ਨਹੀਂ ਮਿਲੀ ਹੈਗੀ, ਅਤੇ ਨਾ ਸਾਨੂੰ ਇਹ ਦੱਸਿਆ ਕਿਸੇ ਨੇ ਕਿ 60% ਲੈਣਾ ਬਹੁਤ ਜ਼ਰੂਰੀ ਆ ਬਾਹਰ ਜਾਣ ਵਾਸਤੇ। ਪਰ ਉਹਨਾਂ ਲਈ ਵੀ ਬਹੁਤ ਅੱਛੀਆਂ ਆਪਸ਼ਨਸ ਨੇ, ਉਹ ਆਪਣੀ PT ਕਰਨ, IELTS ਕਰਨ, ਉਹਦੇ ਵਿੱਚ 6 ਈਚ ਬੈਂਡ ਓਵਰਆਲ 6 ਜਿਹੜਾ 12ਵੀਂ ਵਾਲਾ ਬੱਚਾ 6 ਈਚ ਓਵਰਆਲ 6 ਲੈ ਆਓ। ਅਗਰ ਕੋਈ ਅਕੈਡਮਿਕਸ ਦੇ ਵਿੱਚ ਸਟਰੋਂਗ ਆ, ਉਹਦੇ ਇੱਕ ਦੇ ਵਿੱਚ 5.5 ਰਹਿ ਜਾਂਦੇ, ਓਵਰਆਲ 6 ਆ ਵੀ ਜਾਂਦੇ ਨੇ ਤਾਂ ਵੀ ਬਹੁਤ ਵਧੀਆ। ਪਰਸੈਂਟੇਜ 50 ਆ, 55 ਆ, ਬਿਲੋ 50 ਆ, ਉਹਦੇ ਲਈ ਵੀ ਆਪਸ਼ਨਸ ਨੇ ਪਵਨ ਜੀ। ਐਵੇਂ ਦਾ ਨਹੀਂ ਹੈਗਾ ਕਿ ਜਿਹਦਾ 50 ਸਕੋਰ ਆ ਅਤੇ 50% ਆ +2 ਦੇ ਵਿੱਚ ਉਹ ਫੋਰਨ ਜਾ ਹੀ ਨਹੀਂ ਸਕਦਾ, ਐਵੇਂ ਦਾ ਕੁਛ ਨਹੀਂ ਹੈਗਾ। ਤੁਸੀਂ ਆਪਣੀ ਫਾਈਲ ਅਸੈਸ ਕਰਵਾਓ, ਇੱਕ ਚੰਗੇ ਏਜੰਟ ਕੋਲ ਜਾਓ। ਜ਼ਰੂਰੀ ਨਹੀਂ ਹੈ ਕਿ ਬ੍ਰਾਈਟ ਲਾਈਟ ਦੇ ਵਿੱਚ ਹੀ ਆਉਣਾ, ਅਸੀਂ ਤੁਹਾਡਾ ਵੀਜ਼ਾ ਕੱਢ ਸਕਦੇ ਹਾਂ। ਬਹੁਤ ਨੇ ਇਸ ਫੀਲਡ ਦੇ ਵਿੱਚ ਜਿਹੜੇ ਕਿ ਬਹੁਤ ਜੈਨੂਅਨ ਤਰੀਕੇ ਦੇ ਨਾਲ ਕੰਮ ਕਰ ਰਹੇ ਆ, ਤੁਸੀਂ ਉਹਨਾਂ ਕੋਲ ਜਾਓ, ਆਪਣੀ ਫਾਈਲ ਅਸੈਸ ਕਰਾਓ, ਮਾਯੂਸ ਨਾ ਹੋਵੋ, IELTS ਕਰੋ, PT ਕਰੋ, ਉਸ ਤੋਂ ਬਾਅਦ ਫਾਈਲ ਅਸੈਸ ਕਰਾਓ, ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਲਓ। ਕੋਰਸ ਆ ਜਿਹੜਾ ਉਹ ਰੈਲੇਵੈਂਟ ਲਓ, ਕੋਰਸ ਦਾ ਧਿਆਨ ਜ਼ਰੂਰ ਰੱਖਿਓ ਕਿ ਇਰਰੈਲੇਵੈਂਟ ਕੋਰਸ ਨਾ ਹੋਵੇ। ਸਭ ਤੋਂ ਜ਼ਿਆਦਾ ਰਿਜੈਕਸ਼ਨਸ ਅੱਜ ਦੇ ਟਾਈਮ 'ਤੇ ਉਸ ਦੀਆਂ ਆ ਰਹੀਆਂ ਨੇ, ਤਾਂ ਆਪਣੇ ਏਜੰਟ ਨੂੰ ਕਹੋ ਕਿ ਭਾਈ ਸਾਨੂੰ ਚੰਗਾ ਕੋਰਸ ਦੇ ਦੇ, ਰੈਲੇਵੈਂਟ ਕੋਰਸ ਹੋਵੇ, ਚੰਗਾ ਕਾਲਜ ਹੋਵੇ, ਤਾਂ ਤੁਹਾਡਾ ਵੀਜ਼ਾ ਜਿਹੜਾ ਉਹ 100% श्योर ਹੋ ਜਾਂਦਾ ਗਾ। ओके सर, और एक लास्ट क्वेश्चन है कि हम देख रहे हैं कि अलग अलग इंस्टीट्यूट जितने भी हैं IELTS और PT के इंस्टीट्यूट हैं, सब में क्या होता है, एक सर्कल रहता है वही वीकली। हाँ जी, 2 मंथ्स का शायद कोर्स होगा ये अप्रॉक्सीमेट। हाँ जी, अप्रॉक्सीमेट कह सकते हैं जी। तो एवरी वीक क्या होता है कि IELTS और PT की जो क्लासेस होते हैं उसमें राइटिंग, रीडिंग, लिसनिंग एंड स्पीकिंग, ये रहता है। वीक में 7 दिन होते हैं, 6 दिन लगाते हैं क्लास, 5 दिन क्लासेस लगती है, 6ठे दिन जाके मॉक टेस्ट होता है, नेक्स्ट वीक फिर यही दोहराया जाता है। हाँ जी, हाँ जी। तो इसमें ये नहीं लग रहा है कि मतलब एक जो मिनिमम स्कोर है सिर्फ वही स्टूडेंट्स को अचीव करने के लिए, बस उसी के लिए ही इंस्पायर किया जाता है, उससे ज़्यादा नहीं बढ़ाया जाता, इसको लेकर क्या कहेंगे? ਪਵਨ ਜੀ, ਜਿੱਦਾਂ ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਸੀਗਾ ਕਿ ਜਿਹੜੇ ਬੰਦੇ ਦੇ ਖੁਦ ਦੇ 5.5 ਬੈਂਡ ਆ, ਉਹ ਐਕਸਟਰਾ ਦੂਸਰੇ ਨੂੰ ਕੀ ਦੱਸੇਗਾ, ਠੀਕ ਹੈ। ਉੱਥੇ ਤਾਂ ਸਰਕਲ ਫਿਰ ਉਹੀ ਚੱਲਣਾ ਕਿ ਕੈਂਬਰਿਜ ਦੀਆਂ ਬੁੱਕਸ ਪਈਆਂ ਨੇ ਜਾਂ XYZ ਕੋਈ ਬੁੱਕਸ ਪਈਆਂ ਨੇ, ਉਸ 'ਚੋਂ ਫੋਟੋ ਕਾਪੀ ਕਰਾਤੀ, ਬੱਚਿਆਂ ਨੂੰ ਦੇਤੀ, ਉਹਨਾਂ ਨੇ ਅਟੈਂਪਟ ਕਰ ਲਿਆ, ਚਲੋ ਜੀ ਘਰੇ ਚਲੇ ਗਏ। ਉਹ ਤਾਂ ਬੱਚੇ ਦੀ ਜਿਹੜੀ ਆਪਦੀ ਨੌਲੇਜ ਹੋ ਗਈ ਉਹਦੇ ਅਕੋਰਡਿੰਗ ਉਹਨੇ ਬੈਂਡ ਸਕੋਰ ਕਰ ਲਿਆ। ਰਾਈਟਿੰਗ, ਲਿਸਨਿੰਗ, ਰੀਡਿੰਗ, ਸਪੀਕਿੰਗ ਸਾਰਿਆਂ ਦੇ ਵਿੱਚ ਇੱਦਾਂ ਹੀ ਚੱਲ ਰਿਹਾ ਹੈਗਾ, ਪਰ ਸਿਖਾਊਗਾ ਤਾਂ ਉਹ ਜਿਹਨੂੰ ਖੁਦ ਆਉਂਦਾ ਹੋਊਗਾ, ਠੀਕ ਹੈ। ਇਹ ਚੀਜ਼ ਤੁਸੀਂ ਐਕਸਪੀਰੀਅੰਸ ਬੱਚੇ ਕਰ ਸਕਦੇ ਹੋ ਇੱਥੇ ਆਉਣ ਤੋਂ ਬਾਅਦ। ਮੀਨਸ ਗੱਲ ਲਿਖੀ ਸੱਚੀ ਅਤੇ ਬੋਲੀ ਝੂਠੀ, ਇਹ ਸਿਆਣਿਆਂ ਨੇ ਕਿਹਾ ਹੈਗਾ। ਤੁਸੀਂ ਖੁਦ ਐਕਸਪੀਰੀਅੰਸ ਕਰਕੇ ਦੇਖੋ, ਇੱਥੇ ਆ ਕੇ ਦੇਖੋ,
ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇੱਥੇ ਐਕਸਟਰਾ ਕੀ ਹੋ ਰਿਹਾ ਹੈਗਾ। ਮੇਰੇ ਬੋਲਣ ਨਾਲ ਜਾਂ ਕਿਸੇ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਹੈਗਾ। ਮੈਂ ਕਹੂੰਗਾ ਕਿ ਬ੍ਰਾਈਟ ਲਾਈਟ ਸਭ ਤੋਂ ਬੈਸਟ ਆ ਤਾਂ ਮੈਂ ਉਹਨੂੰ ਪ੍ਰੂਵ ਕਰਕੇ ਦਿਖਾਊਂਗਾ, ਠੀਕ ਹੈ। ਅਗਰ ਤੁਹਾਨੂੰ ਲੱਗਿਆ ਇਟ ਇज़ बेस्ट देन जॉइन अस, अदरवाइज ऑप्शंस तो बहुत ने बच्चे। ठीक है जी। तो आप लोगों के लिए वीडियो थी, हमारी ऑडियंस की डिमांड पर ये कुछ इश्यूज़ थे जो हमने प्रदीप सर से उनके आंसर जानना चाहे और आशा करते हैं कि आपको मिले होंगे। अगर फिर भी कोई क्वेरी आपकी रहती है जो हमारे डिस्कशन में ना आया हो आपका क्वेश्चन, तो आप हमें ये कमेंट करके भी बता सकते हैं और प्रदीप सर से आप डायरेक्ट कॉल करके भी पता कर सकते हैं। अगर आगे भी आप इस तरह की कोई वीडियो चाहते हैं जिसमें आप लोगों को बाहर जाने से रिलेट किसी भी तरीके की दिक्कत आ रही है, तो हम आपके लिए अगली वीडियो भी बनाएंगे। तो देखते रहिए माई सिटी न्यूज़ और शेयर कीजिएगा वीडियो को ज़्यादा से ज़्यादा।